हेलो स्टूडेंट्स, आई एम सुखविंदर कौर फ्रॉम डिपार्टमेंट ऑफ इकोनॉमिक्स GGDST कॉलेज हरियाणा हुशियारपुर। ਅੱਜ ਅਸੀਂ ਟੌਪਿਕ ਕਰਨਾ ਫੈਕਟਰ ਰਿਲੇਸ਼ਨਸ਼ਿਪ। ਫੈਕਟਰ ਰਿਲੇਸ਼ਨਸ਼ਿਪ ਕੀ ਹੁੰਦਾ ਤੇ ਕਿਸ ਤਰ੍ਹਾਂ ਕੰਮ ਕਰਦਾ ਇਹ ਆਪਾਂ ਦੇਖਾਂਗੇ। ਐਵਰੀ ਫਾਰਮਰ ਜਿਹੜਾ ਇਜ਼ ਇੰਟਰਸਟਡ ਟੂ obtain ਮੈਕਸੀਮਮ ਆਊਟਪੁੱਟ, ਕਿਉਂਕਿ ਫਾਰਮਰ ਜਾਂ ਬਿਜ਼ਨਸਮੈਨ ਕੋਈ ਵੀ ਲੈ ਲਓ ਤੁਸੀਂ, ਉਹ ਮੈਕਸੀਮਮ ਆਊਟਪੁੱਟ, ਮੈਕਸੀਮਮ ਪ੍ਰੋਫਿਟ, ਮੈਕਸੀਮਮ ਰੈਵਨਿਊ, ਮਿਨੀਮਮ ਕਾਸਟ ਚਾਹੁੰਦਾ ਹੁੰਦਾ। ਇਸ ਲਈ ਉਹਦੇ ਕੋਲ ਡਿਫਰੈਂਟ ਰਿਸੋਰਸਿਸ ਹੁੰਦੇ ਆ, ਡਿਫਰੈਂਟ ਉਹਦੇ ਕੋਲ ਫੈਕਟਰਸ ਆਫ ਪ੍ਰੋਡਕਸ਼ਨ ਹੁੰਦੇ ਆ, ਅਲੱਗ-ਅਲੱਗ ਫੈਕਟਰਸ ਆਫ ਪ੍ਰੋਡਕਸ਼ਨਸ ਦੇ ਉਹ ਅਲੱਗ-ਅਲੱਗ ਕੰਬੀਨੇਸ਼ਨਸ ਜਿਹੜੇ ਯੂਜ਼ ਕਰਕੇ ਕਾਸਟ ਮਿਨੀਮਮ ਕਰਕੇ ਆਊਟਪੁੱਟ ਨੂੰ ਮੈਕਸੀਮਮ ਕਰਕੇ ਮੈਕਸੀਮਮ ਪ੍ਰੋਫਿਟ ਅਚੀਵ ਕਰਨ ਦੀ ਕੋਸ਼ਿਸ਼ ਕਰਦਾ। ਤੇ ਸਪੋਜ਼ ਦੇयर ਆਰ two factors of production x1 and x2 and the farmer is to combine these two factors to obtain a particular level of production। ਮੰਨ ਲਓ ਸਿਰਫ ਦੋ ਹੀ ਫੈਕਟਰਸ ਆਫ ਪ੍ਰੋਡਕਸ਼ਨ ਹੋਣ ਤੇ ਫਾਰਮਰ ਆ ਜਿਹੜਾ ਉਹਨਾਂ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਯੂਜ਼ ਕਰਕੇ, ਉਹਨਾਂ ਦੋ ਫੈਕਟਰਸ ਆਫ ਪ੍ਰੋਡਕਸ਼ਨਸ ਨੂੰ ਯੂਜ਼ ਕਰਕੇ ਕੋਈ ਜਿਹੜਾ ਪ੍ਰੋਡਕਟ ਆ ਉਹ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕਰੇ। ਅਤੇ ਮੰਨ ਲਓ ਉਹਦੇ ਕੋਲ ਜਿਹੜੇ ਫੈਕਟਰ ਕੰਬੀਨੇਸ਼ਨਸ ਆ, ਮੰਨ ਕੇ ਚੱਲਦੇ ਆਪਾਂ ਕਿ ਫੈਕਟਰ ਕੰਬੀਨੇਸ਼ਨਸ ਉਹਦੇ ਕੋਲ ਜਿਹੜੇ 4 ਹੈਗੇ ਆ। ਮੰਨ ਲਓ ਫੈਕਟਰ ਕੰਬੀਨੇਸ਼ਨਸ ਉਹਦੇ ਕੋਲ ਹੈਗੇ ਆ A B C D and E, ਇਹ ਫੈਕਟਰ ਕੰਬੀਨੇਸ਼ਨਸ ਆ। ਹੁਣ ਇਹਦੇ ਵਿੱਚੋਂ ਉਹ ਇੱਕ ਫੈਕਟਰ ਹੈਗਾ x1 ਮੰਨ ਲਓ, ਅਤੇ ਇੱਕ ਫੈਕਟਰ ਹੈਗਾ x2। x1 ਦੇ ਵਿੱਚ 1 2 3 4 and 5 ਇਹ ਜਿਹੜੇ ਉਹ ਇਨਪੁੱਟ ਲਗਾਉਂਦਾ, ਅਤੇ ਫੈਕਟਰ 2 ਆ ਜਿਹੜਾ ਦੋ ਫੈਕਟਰਸ ਆਫ ਪ੍ਰੋਡਕਸ਼ਨ ਮੰਨੇ ਆਪਾਂ 12 8 5 3 2। ਮੀਨਸ ਇਹਦਾ ਕੀ ਹੈ, ਇਹਦਾ ਮਤਲਬ ਕੀ ਹੈ ਕਿ ਦੋ ਫੈਕਟਰਸ ਆਫ ਪ੍ਰੋਡਕਸ਼ਨ, ਮੰਨ ਲਓ ਲੈਂਡ ਐਂਡ ਲੇਬਰ ਰੱਖ ਲਓ, ਜਾਂ ਤੁਸੀਂ ਫੈਕਟਰ 1 ਐਂਡ ਫੈਕਟਰ 2 ਕਹਿ ਲਓ, ਫੈਕਟਰ x1 ਐਂਡ ਫੈਕਟਰ x2 ਕਹਿ ਲਓ। ਇਹ ਕੰਬੀਨੇਸ਼ਨ ਆ। ਕੰਬੀਨੇਸ਼ਨ ਤੁਹਾਡੇ ਕਿੰਨੇ ਆ A B C D E ਐਂਡ ਉਹ ਰੇਸ਼ੋ ਦੇਖੋ। ਹੁਣ ਇੱਕ ਫੈਕਟਰ ਦਾ 1, ਦੂਸਰੇ ਫੈਕਟਰ ਦੇ 12 ਯੂਨਿਟਸ, ਇੱਕ ਫੈਕਟਰ ਦੇ 2, ਦੂਸਰੇ ਫੈਕਟਰ ਦੇ 8। ਜੇ ਹੁਣ ਇੱਕ ਫੈਕਟਰ ਦੇ ਯੂਨਿਟਸ ਵੱਧਦੇ ਪਏ ਆ, ਉਹਦੇ ਨੰਬਰ ਵੱਧਦੇ ਪਏ ਆ, ਤਾਂ ਦੂਸਰੇ ਦੇ ਘਟਦੇ ਪਏ ਆ। ਅਤੇ ਇਸ ਤਰ੍ਹਾਂ ਮੀਨਸ ਉਹ 1 12 2 8 3 5 4 3 5 2 ਇਹ ਰੇਸ਼ੋ ਯੂਜ਼ ਕਰੂਗਾ ਦੋਨੋਂ ਫੈਕਟਰਸ ਦੀ, ਅਤੇ ਕੋਈ ਪ੍ਰੋਡਕਟ ਉਹ ਜਿਹੜਾ ਉਹ ਪ੍ਰੋਡਿਊਸ ਕਰੂਗਾ। ਅਤੇ ਜਦੋਂ ਉਹ ਇਸ ਤਰ੍ਹਾਂ ਕੋਈ ਪ੍ਰੋਡਕਟ ਪ੍ਰੋਡਿਊਸ ਕਰੇਗਾ, ਅਤੇ ਫਿਰ ਜਦੋਂ ਅਸੀਂ ਜੇ ਇਹਦੀ ਕਰਵ ਬਣਾਉਣੀ ਹੋਵੇ, ਇਹਦੀ ਕਰਵ ਮੈਂ ਥੋੜ੍ਹੀ ਨੈਕਸਟ ਪੇਜ 'ਤੇ ਬਣਾਉਂਦੀ ਹਾਂ, ਕਿਉਂਕਿ ਇੱਥੇ ਮੈਨੂੰ ਲੱਗਦਾ ਥੋੜ੍ਹਾ ਕਲੀਅਰ ਨਹੀਂ ਹੋਏਗਾ। ਇੱਥੇ ਅਲੱਗ ਬਣਾ ਰਹੀ ਹਾਂ, ਇਸ ਡਾਇਗਰਾਮ ਤੋਂ ਅਲੱਗ ਇਹ ਗੱਲ ਹੈ। ਇਹ ਬਣੂਗੀ ਕਰਵ। ਇੱਧਰ ਤੁਸੀਂ ਲਿਆ ਫੈਕਟਰ x1, ਵਾਈ ਐਕਸਸ 'ਤੇ ਤੁਸੀਂ ਲਿਆ ਫੈਕਟਰ x2, ਅਤੇ ਆਹ ਕਰਵ ਬਣੇਗੀ ਉਹਦੀ। ਇਹਨੂੰ ਤੁਸੀਂ ਕਹਿੰਦੇ ਹੋ ਆਈਸੋਕੁਐਂਟ ਕਰਵ। ਤੁਹਾਨੂੰ 2 ਮਾਰਕਸ ਦੇ ਵਿੱਚ ਆਉਂਦਾ ਹੁੰਦਾ ਕਿ ਵਾਟ ਡੂ ਯੂ ਮੀਨ ਬਾਈ ਆਈਸੋਕੁਐਂਟ ਕਰਵ। ਆਈਸੋਕੁਐਂਟ ਕਰਵ ਸ਼ੋਜ਼ ਦੀ ਕੰਬੀਨੇਸ਼ਨ ਆਫ 2 ਫੈਕਟਰਸ ਆਫ ਪ੍ਰੋਡਕਸ਼ਨਸ ਬਾਈ ਯੂਜ਼ਿੰਗ ਵਿਚ ਦ farmer or the businessman get maximum output and get equal output। ਮੀਨਸ ਉਹ ਚਾਹੇ 1 12 ਦੀ ਰੇਸ਼ੋ ਯੂਜ਼ ਕਰੇ, 2 8 ਦੀ ਕਰੇ, 3 5 ਦੀ ਕਰੇ, 4 3 ਦੀ ਕਰੇ, ਜਾਂ 5 2 ਦੀ ਕਰੇ, ਉਹਦੀ ਜਿਹੜੀ ਆਊਟਪੁੱਟ ਆ ਉਹ ਸੇਮ ਰਹੇਗੀ। ਮੀਨਸ ਦੇਖੋ ਤੁਸੀਂ ਇੱਥੇ ਵੀ ਡਾਇਗਰਾਮ ਤੋਂ ਉਹ ਆਹ ਵਾਲਾ ਪੁਆਇੰਟ, ਮੀਨਸ ਇੱਥੇ ਉਹ x2 ਜ਼ਿਆਦਾ ਯੂਜ਼ ਕਰਦਾ ਪਿਆ, ਆਹ ਵਾਲਾ ਪੁਆਇੰਟ ਉਹ ਇੱਥੇ x1 ਜ਼ਿਆਦਾ ਯੂਜ਼ ਕਰਦਾ ਪਿਆ। ਉਹ ਜਿਹੜਾ ਮਰਜ਼ੀ ਇਹ ਕੰਬੀਨੇਸ਼ਨ ਜਿਹੜਾ ਉਹ ਲੈ ਲੈ, ਔਰ ਹਰੇਕ ਕੰਬੀਨੇਸ਼ਨ ਦੇ ਉੱਤੇ ਜਿਹੜਾ ਫਾਰਮਰ ਆ ਉਹਦੀ ਜਿਹੜੀ ਆਊਟਪੁੱਟ ਆ ਉਹ ਮੈਕਸੀਮਮ ਰਹੇਗੀ, ਸੇਮ ਰਹੇਗੀ। ਅਤੇ ਉਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ ਕਿ ਸਲੋਪ ਕੀ ਹੁੰਦੀ ਹੈ ਆਈਸੋਕੁਐਂਟ ਦੀ। ਆਈਸੋਕੁਐਂਟ ਇਹ ਤਾਂ ਹੋ ਗਿਆ ਨਾ ਕਿ ਆਈਸੋਕੁਐਂਟ ਇਹ ਹੁੰਦੀ। ਆਈਸੋਕੁਐਂਟ ਦੀ ਸਲੋਪ ਕੀ ਹੁੰਦੀ ਹੈ? ਆਈਸੋਕੁਐਂਟ ਇਸ ਤਰ੍ਹਾਂ ਡਾਊਨਵਰਡ ਸਲੋਪ ਦੀ ਕਰਵ ਹੁੰਦੀ ਹੈ। ਇਸ ਤਰ੍ਹਾਂ ਡਾਊਨਵਰਡ ਸਲੋਪ ਦੀ ਇਸ ਤਰ੍ਹਾਂ ਕਰਵ ਹੁੰਦੀ ਹੈ ਇੱਕ, ਜਿਹੜੀ ਲੈਫਟ ਉੱਪਰ ਤੋਂ ਰਾਈਟ ਹੇਠਾਂ ਵੱਲ ਨੂੰ ਆਉਂਦੀ ਹੁੰਦੀ ਹੈ। ਔਰ ਇਹਦੇ ਵਿੱਚ ਜਿਹੜਾ ਫਾਰਮਰ ਆ ਉਹ ਹਰੇਕ ਆਈਸੋਕੁਐਂਟ ਦੇ ਉੱਤੇ ਕਿਸੇ ਵੀ ਪੁਆਇੰਟ ਦੇ ਉੱਤੇ ਪ੍ਰੋਡਕਸ਼ਨ ਕਰੇਗਾ, ਤਾਂ ਜਿਹੜੀ ਉਹਦੀ ਆਊਟਪੁੱਟ ਆ ਉਹ ਦੋਨੋਂ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਯੂਜ਼ ਕਰਕੇ ਜਿਹੜੀ ਵੀ ਉਹਦੀ ਆਊਟਪੁੱਟ ਆ, ਮਤਲਬ ਦੇਖੋ ਕਿਸੇ ਵੀ ਪੁਆਇੰਟ 'ਤੇ ਉਹ ਜਾਂ ਤਾਂ1 ਫੈਕਟਰ ਪ੍ਰੋਡਕਸ਼ਨ ਦਾ ਜ਼ਿਆਦਾ ਯੂਜ਼ ਕਰੇਗਾ, ਜਾਂ x2 ਪ੍ਰੋਡਕਟਰ ਦਾ ਜ਼ਿਆਦਾ ਯੂਜ਼ ਕਰੇਗਾ, ਜਾਂ ਦੋਨੋਂ ਦਾ ਇਕੁਅਲ ਯੂਜ਼ ਕਰੇਗਾ। ਪਰ ਜਿਹੜਾ ਮਰਜ਼ੀ ਕਰੇ ਉਹਦੀ ਜਿਹੜੀ ਆਊਟਪੁੱਟ ਆ ਉਹ ਸੇਮ ਹੋਏਗੀ। ਅਤੇ ਕਿੱਥੇ ਹੋਰ ਦੇਣਾ ਆਪਾਂ ਕਿ ਇਹ ਜਿਹੜੀ ਸਲੋਪ ਆ, ਫਿਰ ਇਹ ਮੰਨ ਲਓ ਇੱਕ ਤੋਂ ਜ਼ਿਆਦਾ ਆਈਸੋਕੁਐਂਟਸ ਹੋਣਗੀਆਂ। ਇਹਨੂੰ ਤੁਸੀਂ ਕਹੋਗੇ ਆਈਸੋਕੁਐਂਟ 1, ਇਹਨੂੰ ਕਹੋਗੇ ਆਈਸੋਕੁਐਂਟ 2, ਇਹਨੂੰ ਕਹੋਗੇ ਆਈਸੋਕੁਐਂਟ 3, ਇਹਨੂੰ ਕਹੋਗੇ ਆਈਸੋਕੁਐਂਟ 4। ਇੱਧਰ x1 ਆ ਅਤੇ ਇੱਧਰ ਵਾਈ ਐਕਸਸ 'ਤੇ ਤੁਸੀਂ x2 ਲਿਆ। ਹਾਇਰ ਦਾ ਆਈਸੋਕੁਐਂਟ ਹਾਇਰ ਸੈਟਿਸਫੈਕਸ਼ਨ, ਹਾਇਰ ਆਊਟਪੁੱਟ। ਮੀਨਸ ਇਹ ਗੱਲ ਆ ਕਿ ਆਈਸੋਕੁਐਂਟ 1 ਦੇ ਉੱਪਰ ਕਿਤੇ ਵੀ ਰਵੇ ਪ੍ਰੋਡਕਸ਼ਨ ਸੇਮ ਹੋਏਗੀ, ਆਈਸੋਕੁਐਂਟ 4 'ਤੇ ਉਹ ਰਵੇ ਕਿਤੇ ਵੀ ਪ੍ਰੋਡਕਸ਼ਨ ਸੇਮ ਹੋਏਗੀ। ਪਰ 1 ਦੇ ਨਾਲੋਂ 4 ਦੇ ਉੱਤੇ, 1 ਦੇ ਨਾਲੋਂ 2 'ਤੇ, 2 ਨਾਲੋਂ 3 'ਤੇ, 3 ਨਾਲੋਂ 4 ਦੇ ਉੱਤੇ ਜਿਹੜੀ ਆਊਟਪੁੱਟ ਆ ਉਹ ਜ਼ਿਆਦਾ ਹੋਏਗੀ। ਮੀਨਸ ਜਿੰਨੀ ਜ਼ਿਆਦਾ ਆਈਸੋਕੁਐਂਟ ਉੱਪਰ ਹੋਏਗੀ ਉਨੀ ਇੱਕ ਫਾਰਮਰ ਦੀ ਜਿਹੜੀ ਆਊਟਪੁੱਟ ਆ ਉਹ ਸੇਮ ਹੋਏਗੀ।
ਮੈਕਸੀਮਮ ਹੋਏਗੀ, ਜ਼ਿਆਦਾ ਹੋਏਗੀ। ਨੈਕਸਟ ਹੈਗਾ ਆਈਸੋ ਕੋਸਟ ਲਾਈਨ। ਆਈਸੋ ਕੋਸਟ ਲਾਈਨ ਨੂੰ ਬਜਟ ਲਾਈਨ ਵੀ ਕਹਿੰਦੇ ਆ। ਔਰ ਆਈਸੋ ਕੋਸਟ ਲਾਈਨ ਦੀ ਇਹ ਡਾਇਗਰਾਮ ਆ ਜਿਹੜੀ ਤੁਸੀਂ ਹੁਣ ਇੱਥੇ ਦੇਖ ਰਹੇ ਹੋ। ਆਈਸੋ ਕੋਸਟ ਲਾਈਨ ਨੂੰ ਬਜਟ ਲਾਈਨ ਵੀ ਕਹਿੰਦੇ ਆ। ਆਈਸੋ ਕੋਸਟ ਲਾਈਨ ਸ਼ੋ ਕਰਦੀ ਹੈ ਕਿ ਜਿਹੜੇ ਫਾਰਮਰ ਦੇ ਟੋਟਲ ਰਿਸੋਰਸਿਸ ਆ, ਮੰਨ ਕੇ ਚੱਲਦੇ ਸੀ ਕਿ 2 ਫੈਕਟਰਸ ਆਫ ਪ੍ਰੋਡਕਸ਼ਨ ਆ, ਉਹ ਆਪਣੇ ਟੋਟਲ ਰਿਸੋਰਸਿਸ ਦੇ ਨਾਲ ਉਹਨਾਂ ਦੋਨੋਂ ਫੈਕਟਰਸ ਆਫ ਪ੍ਰੋਡਕਸ਼ਨ ਦਾ ਕਿੰਨਾ ਮੈਕਸੀਮਮ ਖਰੀਦ ਸਕਦਾ। ਮੰਨ ਲਓ ਕਿ ਜਿਹੜਾ X1 ਫੈਕਟਰ ਆਫ ਪ੍ਰੋਡਕਸ਼ਨ ਆ ਉਹ ਮਹਿੰਗਾ ਆ, ਉਹਦਾ ਉਹ ਘੱਟ ਖਰੀਦੂਗਾ, ਇਸ ਲਈ ਉਹ ਸਿਰਫ ਕਿੰਨਾ ਖਰੀਦੂਗਾ O2B। ਅਤੇ ਮੰਨ ਲਓ X2 ਫੈਕਟਰ ਪ੍ਰੋਡਕਸ਼ਨ ਦੀ ਜਿਹੜੀ ਪ੍ਰਾਈਸ ਆ ਉਹ ਘੱਟ ਆ ਅਤੇ ਉਹਦਾ ਉਹ ਜ਼ਿਆਦਾ ਖਰੀਦੇਗਾ। ਇਹਦਾ ਮਤਲਬ ਜੇ ਉਹ X1 ਫੈਕਟਰ ਪ੍ਰੋਡਕਸ਼ਨ ਖਰੀਦੂਗਾ ਉਹ ਖਰੀਦੂਗਾ O2B, ਅਤੇ X2 ਫੈਕਟਰ ਪ੍ਰੋਡਕਸ਼ਨ ਖਰੀਦੂਗਾ ਉਹ ਖਰੀਦੂਗਾ O2A। ਮੰਨ ਲਓ ਕਿ X1 ਫੈਕਟਰ ਪ੍ਰੋਡਕਸ਼ਨ 5 ਰੁਪੀਜ਼ ਦਾ ਆਉਂਦਾ ਪਿਆ ਔਰ X2 10 ਰੁਪੀਜ਼ ਦਾ ਆਉਂਦਾ ਪਿਆ। X1 ਫੈਕਟਰ ਪ੍ਰੋਡਕਸ਼ਨ 10 ਰੁਪੀਜ਼ ਦਾ ਆਉਂਦਾ ਪਿਆ। ਮੰਨ ਲਓ ਅਸੀਂ ਸਪੋਜ਼ ਕਰਦੇ ਪਏ ਹਾਂ ਕਿ X1 ਫੈਕਟਰ ਪ੍ਰੋਡਕਸ਼ਨ ਦੀ ਜਿਹੜੀ ਪ੍ਰਾਈਸ ਆ ਉਹ 10 ਰੁਪੀਜ਼ ਆ, ਇਸ ਲਈ ਸਿਰਫ ਇੰਨਾ ਖਰੀਦੇਗਾ। ਅਤੇ ਮੰਨ ਲਓ ਕਿ X2 ਫੈਕਟਰ ਪ੍ਰੋਡਕਸ਼ਨ ਆ ਜਿਹੜਾ ਉਹਦੀ ਪ੍ਰਾਈਸ 5 ਰੁਪੀਜ਼ ਆ, ਇਸ ਲਈ ਉਹ X1 ਦੇ ਨਾਲ ਡਬਲ ਜਿਹੜਾ ਉਹਦਾ ਖਰੀਦ ਸਕਦਾ। ਅਤੇ ਆਈਸੋ ਕੋਸਟ ਲਾਈਨ ਸ਼ੋ ਕਰਦੀ ਆ ਮੈਕਸੀਮਮ ਦੋਨੋਂ ਫੈਕਟਰਸ ਆਫ ਪ੍ਰੋਡਕਸ਼ਨ ਦਾ ਮੈਕਸੀਮਮ ਜਿੰਨਾ ਇੱਕ ਫਾਰਮਰ ਆ ਜਿਹੜਾ ਉਹ ਖਰੀਦ ਸਕਦਾ। ਔਰ ਜਿਹੜੇ ਦੋਨੋਂ ਮੈਕਸੀਮਮ ਪੁਆਇੰਟਸ ਆ ਉਹਨਾਂ ਨੂੰ ਅਸੀਂ ਫਿਰ ਇਸ ਤਰ੍ਹਾਂ ਇੱਕ ਸਟ੍ਰੇਟ ਲਾਈਨ ਦੇ ਨਾਲ ਜਦੋਂ ਅਟੈਚ ਕਰ ਦਿੰਦੇ ਆ, ਇਹਨੂੰ ਤੁਸੀਂ ਆਈਸੋ ਕੋਸਟ ਲਾਈਨ ਕਹਿੰਦੇ ਹੋ। ਅਤੇ ਉਸ ਤੋਂ ਬਾਅਦ ਆਈਸੋ ਕੋਸਟ ਕਰਵ ਆ ਜਿਹੜੀਆਂ ਉਹਦੇ ਵਿੱਚ ਚੇਂਜਸ ਕਦੋਂ ਆਉਣਗੀਆਂ। ਹੁਣ ਮੰਨ ਲਓ ਕਿ ਜਿਹੜਾ ਦੂਸਰਾ ਫੈਕਟਰ ਆਫ ਪ੍ਰੋਡਕਸ਼ਨ ਹੈ X2, ਉਹਦਾ ਜਿਹੜਾ ਪ੍ਰਾਈਸ ਹੈ ਜਿਹੜਾ ਆਪਾਂ ਇੱਥੇ 5 ਰੁਪੀਜ਼ ਮੰਨ ਕੇ ਚੱਲੇ, ਮੰਨ ਲਓ ਸੇਮ ਰਹਿੰਦਾ। ਅਤੇ ਜੇ ਪਹਿਲਾਂ ਓਰੀਜਨਲ ਜਿਹੜਾ ਤੁਹਾਡੀ ਆਈਸੋ ਕੋਸਟ ਕਰਵ ਆ ਉਹ ਇਹ ਆ, ਮੰਨ ਲਓ A to B ਆਪਾਂ ਕਹਿ ਲੈਂਦੇ ਹਾਂ। ਅਤੇ ਜੇ ਤੁਹਾਡਾ X1 ਫੈਕਟਰ ਆਫ ਪ੍ਰੋਡਕਸ਼ਨ ਦਾ ਪ੍ਰਾਈਸ ਘਟ ਗਿਆ, ਜੇ ਉਹਦਾ ਪ੍ਰਾਈਸ ਘਟੂਗਾ ਤਾਂ ਤੁਸੀਂ ਉਹ ਜ਼ਿਆਦਾ ਖਰੀਦੋਗੇ ਅਤੇ ਬਜਟ ਲਾਈਨ ਹੈ ਜਿਹੜੀ ਕੋਸਟ ਕਰਵ ਆ ਉਹ ਬਣ ਜਾਏਗੀ A to B2। ਅਤੇ ਪਰ ਜੇ ਇਹ ਪ੍ਰੋਡਕਟ ਜਿਹੜਾ X1 ਫੈਕਟਰ ਪ੍ਰੋਡਕਸ਼ਨ ਆ ਉਹ ਮਹਿੰਗਾ ਹੋ ਗਿਆ ਦੈਨ ਉਹਦਾ ਤੁਸੀਂ ਘੱਟ ਲੈ ਪਾਓਗੇ, ਇਸ ਲਈ ਉਹ ਬੈਕਵਰਡ ਸ਼ਿਫਟ ਹੋ ਜਾਏਗਾ B ਤੋਂ B1 ਦੇ ਉੱਤੇ। ਅਤੇ ਤੁਹਾਡੀ ਜਿਹੜੀ ਨਵੀਂ ਆਈਸੋ ਕੋਸਟ ਕਰਵ ਆ ਉਹ ਬਣ ਜਾਏਗੀ AB1। ਮੈਂ ਦੁਬਾਰਾ ਦੱਸਦਾ, X1 ਫੈਕਟਰ ਆਫ ਪ੍ਰੋਡਕਸ਼ਨ ਦਾ ਪ੍ਰਾਈਸ ਜੇ ਵੱਧਦਾ ਆ ਅਤੇ ਬਜਟ ਜਿਹੜੀ ਤੁਹਾਡੀ ਆਈਸੋ ਕੋਸਟ ਲਾਈਨ ਆ ਉਹ ਬੈਕਵਰਡ ਸ਼ਿਫਟ ਕਰਦੀ ਹੈ। ਜੇ ਉਹਦਾ ਪ੍ਰਾਈਸ ਘਟਦਾ ਆ ਅਤੇ ਉਹ ਰਾਈਟ ਹੈਂਡ ਸਾਈਡ ਨੂੰ ਸ਼ਿਫਟ ਕਰਦੀ, ਕਿਉਂਕਿ ਜੇ ਪ੍ਰਾਈਸ ਘਟੂਗਾ ਤਾਂ ਤੁਸੀਂ ਜ਼ਿਆਦਾ ਲੈ ਪਾਓਗੇ, ਜੇ ਪ੍ਰਾਈਸ ਵਧੂਗਾ ਤਾਂ ਤੁਸੀਂ ਘੱਟ ਲੈ ਪਾਓਗੇ। ਇਸੇ ਤਰ੍ਹਾਂ ਜੇ ਇੱਧਰਲਾ X1 ਫੈਕਟਰ ਦਾ ਪ੍ਰਾਈਸ ਕੌਂਸਟੈਂਟ ਰਹੇਗਾ ਤਾਂ ਦੂਸਰੇ ਪਾਸੇ ਦੀ ਚੇਂਜ ਵੀ ਇਸੇ ਤਰ੍ਹਾਂ ਆਏਗੀ ਕਿ ਜੇ ਪ੍ਰਾਈਸ ਘਟੇਗਾ ਤਾਂ ਉਹ ਅਪਵਰਡ ਸ਼ਿਫਟ ਹੋਏਗਾ, ਜੇ ਪ੍ਰਾਈਸ ਵਧੂਗਾ ਤਾਂ ਉਹ ਹੇਠਾਂ ਨੂੰ ਸ਼ਿਫਟ ਚੱਲ ਜਾਏਗਾ, ਲੈਫਟ ਹੈਂਡ ਸਾਈਡ ਨੂੰ ਸ਼ਿਫਟ ਆਏਗੀ। ਪਰ ਜੇ ਦੋਨਾਂ ਦਾ ਪ੍ਰਾਈਸ ਦੇ ਵਿੱਚ ਚੇਂਜ ਆ ਜਾਏ, ਦੋਨੋਂ ਫੈਕਟਰਸ ਦੇ ਪ੍ਰਾਈਸ ਦੇ ਵਿੱਚ ਚੇਂਜ ਆ ਜਾਏ, ਜੇ ਦੋਨੋਂ ਫੈਕਟਰਸ ਦੇ ਪ੍ਰਾਈਸ ਦੇ ਵਿੱਚ ਵਾਧਾ ਹੋ ਜਾਏ ਤਾਂ ਜਿਹੜੀ ਆਈਸੋ ਕੋਸਟ ਕਰਵ ਆ ਉਹ ਹੇਠਾਂ ਨੂੰ ਸ਼ਿਫਟ ਹੋ ਜਾਂਦੀ ਹੈ। ਅਤੇ ਜੇ ਪ੍ਰਾਈਸ ਦੇ ਵਿੱਚ ਕਮੀ ਹੋ ਜਾਏ ਤਾਂ ਇਹ ਅਪਵਰਡ ਸ਼ਿਫਟ ਹੋ ਜਾਂਦੀ ਹੈ, ਕਿਉਂਕਿ ਪ੍ਰਾਈਸ ਘਟਣ 'ਤੇ ਆਪਾਂ ਜ਼ਿਆਦਾ ਲੈ ਪਾਵਾਂਗੇ ਅਤੇ ਪ੍ਰਾਈਸ ਵਧਣ 'ਤੇ ਆਪਾਂ ਘੱਟ ਲੈ ਪਾਉਂਦੇ ਹਾਂ। ਉਸ ਤੋਂ ਬਾਅਦ ਨੈਕਸਟ ਹੈਗੇ ਆ ਸਾਡੇ ਕੋਲ ਫੈਕਟਰ ਦੀਆਂ ਰਿਲੇਸ਼ਨਸ਼ਿਪ ਦੀਆਂ ਟਾਈਪਸ। ਦੇਖੋ ਫੈਕਟਰ ਰਿਲੇਸ਼ਨਸ਼ਿਪ ਇਹੀ ਆ ਕਿ ਤੁਸੀਂ ਜਿਹੜੇ ਅਲੱਗ-ਅਲੱਗ ਫੈਕਟਰਸ ਆਫ ਪ੍ਰੋਡਕਸ਼ਨ ਤੁਹਾਡੇ ਹੈਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਪਏ ਆ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਲੇਸ਼ਨਸ਼ਿਪ ਹੈਗਾ। ਕਿਉਂਕਿ ਬੇਸ਼ੱਕ ਆਪਾਂ ਕਹਿੰਦੇ ਹਾਂ ਕਿ ਜਦੋਂ ਅਸੀਂ ਟੈਕਨੀਕਸ ਆਫ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ, ਆਪਾਂ ਲੇਬਰ ਇੰਟੈਂਸਿਵ ਟੈਕਨੀਕ ਯੂਜ਼ ਕਰੀਏ ਜਾਂ ਕੈਪੀਟਲ ਇੰਟੈਂਸਿਵ ਟੈਕਨੀਕ ਯੂਜ਼ ਕਰੀਏ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਲੇਬਰ ਇੰਟੈਂਸਿਵ ਟੈਕਨੀਕ ਦੇ ਵਿੱਚ ਕੈਪੀਟਲ ਨਹੀਂ ਲੱਗਦੀ ਜਾਂ ਕੈਪੀਟਲ ਇੰਟੈਂਸਿਵ ਟੈਕਨੀਕ ਦੇ ਵਿੱਚ ਲੇਬਰ ਨਹੀਂ ਲੱਗਦੀ। ਦੋਨਾਂ ਦੇ ਵਿੱਚ ਦੋਨੋਂ ਯੂਜ਼ ਹੁੰਦੇ ਆ। ਇਹ ਹੁੰਦਾ ਕਿ ਲੇਬਰ ਇੰਟੈਂਸਿਵ ਦੇ ਵਿੱਚ ਜ਼ਿਆਦਾ ਯੂਜ਼ ਲੇਬਰ ਦਾ ਹੁੰਦਾ ਔਰ ਕੈਪੀਟਲ ਇੰਟੈਂਸਿਵ ਦੇ ਵਿੱਚ ਜ਼ਿਆਦਾ ਯੂਜ਼ ਜਿਹੜਾ ਉਹ ਕੈਪੀਟਲ ਦਾ ਹੁੰਦਾ। ਪਰ ਇਸ ਤਰ੍ਹਾਂ ਨਹੀਂ ਕਦੀ ਵੀ ਹੁੰਦਾ ਕਿ ਤੁਸੀਂ ਸਿਰਫ ਲੇਬਰ ਦੇ ਨਾਲ ਜਾਂ ਸਿਰਫ ਕੈਪੀਟਲ ਦੇ ਨਾਲ ਪ੍ਰੋਡਕਸ਼ਨ ਕਰ ਪਾਓਗੇ। ਉਹਨਾਂ ਦੇ ਵਿੱਚ ਲੇਬਰ ਇੰਟੈਂਸਿਵ ਦੇ ਵਿੱਚ ਕੈਪੀਟਲ ਦਾ ਯੂਜ਼ ਘੱਟ ਹੋਏਗਾ ਐਂਡ ਕੈਪੀਟਲ ਇੰਟੈਂਸਿਵ ਦੇ ਵਿੱਚ ਲੇਬਰ ਦਾ ਯੂਜ਼ ਘੱਟ ਹੋਏਗਾ। ਅਦਰਵਾਈਜ਼ ਯੂਜ਼ ਦੋਨੋਂ ਫੈਕਟਰਸ ਆਫ ਪ੍ਰੋਡਕਸ਼ਨ ਹੋਣਗੇ ਦੋਨੋਂ ਟੈਕਨੀਕਸ ਦੇ ਵਿੱਚ। ਹੁਣ ਇਹ ਜਿਹੜਾ ਰਿਲੇਸ਼ਨ ਆ ਇਹਨਾਂ ਫੈਕਟਰ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਦਾ ਹੋ ਸਕਦਾ। ਇਨਪੁਟਸ ਵਿਚ ਆਰ ਕੰਬਾਈਨਡ ਇਨ ਫਿਕਸਡ ਪ੍ਰੋਪੋਰਸ਼ਨ। ਇੱਕ ਤਾਂ ਇਹ ਯੂਜ਼ ਹੋ ਸਕਦਾ ਕਿ ਦੋਨੋਂ ਹੀ ਇਨਪੁਟਸ ਜਿਹੜੀਆਂ ਆਪਾਂ ਮੰਨ ਕੇ ਚੱਲੇ, ਇੱਕ ਫੈਕਟਰ ਪ੍ਰੋਡਕਸ਼ਨ X1 ਆ, ਇੱਕ ਫੈਕਟਰ ਪ੍ਰੋਡਕਸ਼ਨ X2 ਆ, ਜਾਂ ਲੇਬਰ ਐਂਡ ਲੈਂਡ ਜਾਂ ਲੇਬਰ ਐਂਡ ਕੈਪੀਟਲ ਆਪਾਂ ਮੰਨ ਕੇ ਚੱਲ ਪੈਂਦੇ ਹਾਂ ਕਿ ਉਹਨਾਂ ਦੋਨਾਂ ਦਾ ਜਾਂ ਤਾਂ ਆਪਾਂ ਮੰਨ ਕੇ ਚੱਲਾਂਗੇ ਇਕੁਅਲ ਯੂਜ਼ ਹੋਏਗਾ। ਇਕੁਅਲ ਯੂਜ਼ ਮੀਨਜ਼ ਜਾਂ 2:4:3:6 4:8 ਦੀ ਰੇਸ਼ੋ, ਅਤੇ ਜਾਂ ਦੋਨੋਂ ਹੀ ਇਕੱਠੇ ਘਟਾਵਾਂਗੇ ਜਾਂ ਦੋਨੋਂ ਇਕੱਠੇ ਵਧਾਵਾਂਗੇ। ਅਤੇ ਜਾਂ ਫਿਰ ਜਦੋਂ ਇਨਪੁਟਸ ਵਿੱਚ ਮੇ ਬੀ ਸਬਸਟੀਟਿਊਟਡ ਐਟ ਅ ਕੌਂਸਟੈਂਟ ਰੇਟ, ਜਾਂ ਫਿਰ ਉਹਨਾਂ ਦੇ ਵਿੱਚ ਜਿਹੜੀ ਚੇਂਜ ਆ ਉਹ ਕੌਂਸਟੈਂਟ ਰੇਟਸ 'ਤੇ ਆਏਗੀ, ਜਾਂ ਫਿਰ ਜਿਹੜੇ ਉਹਨਾਂ ਦੇ ਵਿੱਚ ਇਨਪੁਟਸ ਆ ਉਹਦਾ ਦਾ ਜਿਹੜਾ ਰੇਟ ਆ ਉਹ ਵੇਰੀ ਕਰੇਗਾ ਕਿ ਇੱਕ ਦੇ ਵਿੱਚ ਤੁਸੀਂ ਜ਼ਿਆਦਾ ਵਾਧਾ ਕਰ ਦੋਗੇ ਜਾਂ ਘਾਟਾ ਕਰ ਦੋਗੇ, ਇੱਕ ਦੇ ਵਿੱਚ ਜਿਹੜੀ ਚੇਂਜ ਆ ਉਹ ਘੱਟ ਆਏਗੀ। ਇਹ ਵੀ ਹੋ ਸਕਦਾ ਕਿ ਇੱਕ ਨੂੰ ਆਪਾਂ ਚੇਂਜ ਕਰੀਏ, ਇੱਕ ਨੂੰ ਚੇਂਜ ਕਰੀਏ ਹੀ ਨਾ।
ਨੈਕਸਟ ਜਿਹੜਾ ਹੈਗਾ ਪੁਆਇੰਟ ਆਫ ਇਕੁਇਲੀਬਰੀਅਮ। ਹੁਣ ਦੇਖੋ ਇੱਕ ਸਾਡੇ ਕੋਲ ਆਈਸੋਕੈਂਟ ਕਰਵ ਆ ਗਈ। ਆਈਸੋਕੈਂਟ ਕਰਵ ਸਾਨੂੰ ਇਹ ਦੱਸਦੀ ਹੈ ਕਿ ਤੁਸੀਂ ਦੋਨੋਂ ਫੈਕਟਰ ਆਫ ਪ੍ਰੋਡਕਸ਼ਨ ਦਾ ਜਿੱਦਾਂ ਮਰਜ਼ੀ ਯੂਜ਼ ਕਰੋ, ਤੁਹਾਡੀ ਜਿਹੜੀ ਆਊਟਪੁੱਟ ਆ ਉਹ ਸੇਮ ਰਹੇਗੀ। ਅਤੇ ਉਸ ਦੇ ਉੱਤੇ ਵੀ ਤੁਸੀਂ ਚਾਹੇ X1 ਫੈਕਟਰ ਆਫ ਪ੍ਰੋਡਕਸ਼ਨ ਦਾ ਜ਼ਿਆਦਾ ਯੂਜ਼ ਕਰ ਲਓ, ਚਾਹੇ Y ਦਾ, ਜਾਂ ਦੋਨਾਂ ਦਾ ਇਕੁਅਲ, ਪਰ ਜਿਹੜੀ ਤੁਹਾਡੀ ਆਊਟਪੁੱਟ ਆ ਉਸ ਆਈਸੋਕੈਂਟ ਦੇ ਉੱਪਰ ਸੇਮ ਰਹੇਗੀ। ਅਤੇ ਦੂਸਰਾ ਆਪਾਂ ਕਰ ਲਈ ਆਈਸੋ ਕੋਸਟ ਕਰਵ, ਜਿਹੜੀ ਦੱਸਦੀ ਆ ਕਿ ਦੋਨੋਂ ਫੈਕਟਰਸ ਆਫ ਪ੍ਰੋਡਕਸ਼ਨ ਦਾ ਤੁਸੀਂ ਮੈਕਸੀਮਮ ਕਿੰਨਾ ਲੈ ਪਾਓਗੇ। ਹੁਣ ਪੁਆਇੰਟ ਆਫ ਇਕੁਇਲੀਬਰੀਅਮ ਦੀ ਗੱਲ ਹੈ ਕਿ ਪੁਆਇੰਟ ਆਫ ਇਕੁਇਲੀਬਰੀਅਮ ਕਿੱਥੇ ਹੋਏਗਾ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਕਿ X1 ਦੇ ਉੱਤੇ X-ਐਕਸਿਸ ਦੇ ਉੱਤੇ X1 ਫੈਕਟਰ ਆਫ ਪ੍ਰੋਡਕਸ਼ਨ ਆ, X2 ਦੇ ਉੱਤੇ X2 ਫੈਕਟਰ ਆਫ ਪ੍ਰੋਡਕਸ਼ਨ ਆ, 3 ਆਈਸੋਕੈਂਟ 1, ਆਈਸੋਕੈਂਟ 2 ਅਤੇ ਇੱਕ ਆਈਸੋਕੈਂਟ ਕਰਵ ਆ। ਹੁਣ ਜਿਹੜਾ ਬਿਜ਼ਨਸਮੈਨ ਆ, ਜਿਹੜਾ ਵੀ ਪ੍ਰੋਡਿਊਸਰ ਆ, ਉਹ ਕਿੱਥੇ ਇਕੁਇਲੀਬਰੀਅਮ 'ਚ ਹੋਏਗਾ। ਵੈਸੇ ਤਾਂ ਆਪਾਂ ਕੀਤਾ ਸੀ ਕਿ ਹਾਇਰ, ਜਿੰਨੀ ਵੀ ਹਾਇਰ ਤੁਹਾਡੀ ਆਈਸੋਕੈਂਟ ਹੋਏਗੀ ਉਨੀ ਤੁਹਾਡੀ ਆਊਟਪੁੱਟ ਜ਼ਿਆਦਾ ਹੋਏਗੀ, ਪਰ ਅਸੀਂ ਇੱਥੇ A, B ਇੱਕ ਆਈਸੋ ਕੋਸਟ ਕਰਵ ਵੀ ਲਈ ਹੈ। ਇੱਕ ਤਰ੍ਹਾਂ ਨਾਲ ਤੁਸੀਂ ਕਹ ਲਓ, ਜੇ ਬਜਟ ਲਾਈਨ ਦੀ ਗੱਲ ਕਰ ਲਈਏ ਆਪਾਂ, ਇਹਨੂੰ ਪ੍ਰਾਈਜ਼ ਲਾਈਨ ਵੀ ਕਹਿ ਦਿੰਦੇ ਹਾਂ। ਇਹਦਾ ਮਤਲਬ ਤੁਹਾਡੇ ਕੋਲ ਜਿੰਨੇ ਟੋਟਲ ਰਿਸੋਰਸਿਸ ਆ ਆਈਸੋਕੈਂਟ 2 ਦੇ ਉੱਤੇ ਬਿਨਾਂ ਸ਼ੱਕ ਤੁਹਾਡੀ ਆਊਟਪੁੱਟ ਜ਼ਿਆਦਾ ਹੋਏਗੀ, ਪਰ ਉਹ ਤਾਂ ਤੁਹਾਡੀ ਰੇਂਜ ਦੇ ਵਿੱਚ ਹੈ ਹੀ ਨਹੀਂ ਨਾ, ਉਨੇ ਤਾਂ ਤੁਹਾਡੇ ਕੋਲ ਰਿਸੋਰਸਿਸ ਹੀ ਹੈ ਨਹੀਂ, ਇਸ ਲਈ ਉਹ ਤਾਂ ਤੁਸੀਂ ਕਰੋਗੇ ਨਹੀਂ। ਹੁਣ ਤੁਹਾਡੇ ਕੋਲ ਬਚਦੇ IQ ਅਤੇ IQ1। ਹੁਣ IQ1 ਦੇ ਉੱਤੇ ਤੁਸੀਂ ਵੈਸੇ ਪ੍ਰੋਡਕਸ਼ਨ ਨਹੀਂ ਕਰਨਾ ਚਾਹੋਗੇ, ਕਿਉਂਕਿ ਜੇ ਤੁਹਾਡੇ ਕੋਲ ਦੋ ਆਪਸ਼ਨ ਆ IQ ਅਤੇ IQ1 ਹੇਠਾਂ ਦੀ ਤੁਹਾਡੀ ਇੰਡੀਫਰੈਂਸ ਆਈਸੋਕੈਂਟ ਕਰਵ ਆ, ਹੇਠਾਂ ਦੀ ਇੰਡੀਫਰੈਂਸ ਕਰਵ ਦੇ ਉੱਤੇ ਤੁਹਾਡੀ ਆਊਟਪੁੱਟ ਘੱਟ ਹੋਏਗੀ, ਆਊਟਪੁੱਟ ਘੱਟ ਆ ਤਾਂ ਬਿਨਾਂ ਸ਼ੱਕ ਪ੍ਰੋਫਿਟ ਘੱਟ ਹੋਏਗਾ, ਅਤੇ ਇਸ ਲਈ ਤੁਸੀਂ ਉਹਨੂੰ ਵੀ ਛੱਡ ਦੋਗੇ ਅਤੇ ਤੁਸੀਂ IQ1 ਦੇ ਉੱਤੇ ਰਹੋਗੇ। ਹੁਣ IQ1 ਦੇ ਉੱਤੇ ਵੀ IQ1 ਤੁਹਾਡੀ ਆਈਸੋ ਕੋਸਟ ਕਰਵ ਨੂੰ ਸਿਰਫ E ਪੁਆਇੰਟ 'ਤੇ ਟੱਚ ਕਰਦੀ ਹੈ, ਉਸ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਨਹੀਂ ਟੱਚ ਕਰਦੀ। ਇਸ ਲਈ ਉਹ ਪੁਆਇੰਟ ਜਿੱਥੇ ਆਈਸੋਕੈਂਟ ਤੁਹਾਡੀ ਆਈਸੋ ਕੋਸਟ ਲਾਈਨ ਦੇ ਟੈਂਜੈਂਟ ਹੋਵੇ ਅਤੇ ਕਨਵੈਕਸ ਟੂ ਦੀ ਪੁਆਇੰਟ ਆਫ ਰੀਜਨ ਹੋਵੇ। ਆਈਸੋ ਕੋਸਟ ਲਾਈਨ ਦੇ ਟੈਂਜੈਂਟ ਵੀ ਹੋਵੇ, ਆਈਸੋ ਕੋਸਟ ਲਾਈਨ ਤੁਹਾਡੀ ਆਈਸੋਕੈਂਟ ਦੇ ਟੈਂਜੈਂਟ ਵੀ ਹੋਵੇ, ਐਂਡ ਕਨਵੈਕਸ ਟੂ ਦੀ ਰੀਜਨ ਵੱਲ ਨੂੰ ਝੁਕੀ ਵੀ ਹੋਵੇ। ਇਹ ਦੋ ਕੰਡੀਸ਼ਨਸ ਆ ਕਿ ਆਈਸੋ ਕੋਸਟ ਦੇ ਟੈਂਜੈਂਟ ਐਂਡ ਆਈਸੋ ਕੋਸਟ ਟੈਂਜੈਂਟ ਹੋਵੇ, ਅਤੇ ਦੂਸਰਾ ਆਈਸੋਕੈਂਟ ਜਿਹੜਾ ਤੁਹਾਡਾ ਰੀਜਨ ਵੱਲ ਨੂੰ ਕਨਵੈਕਸ ਹੋਵੇ, ਮੀਨਸ ਝੁਕਿਆ ਵੀ ਹੋਵੇ, ਉਹ ਤੁਹਾਡਾ ਪੁਆਇੰਟ ਆਫ ਇਕੁਇਲੀਬਰੀਅਮ ਹੋਏਗਾ। ਔਰ ਉੱਥੇ ਜਿਹੜਾ ਬਿਜ਼ਨਸਮੈਨ ਆ ਉਹਦੀ ਜਿਹੜੀ ਆਊਟਪੁੱਟ ਆ ਉਹ ਮੈਕਸੀਮਮ ਹੋਏਗੀ ਅਤੇ ਉਹ ਮੈਕਸੀਮਮ ਪ੍ਰੋਡਿਊਸ ਕਰੇਗਾ। ਔਰ ਇਸ ਕੇਸ ਦੇ ਵਿੱਚ ਹੁਣ ਜੇ ਇਸ ਕੇਸ ਦੇ ਵਿੱਚ ਦੇਖੀਏ ਤਾਂ ਇੱਕ ਬਿਜ਼ਨਸਮੈਨ OX ਫੈਕਟਰ ਆਫ ਪ੍ਰੋਡਕਸ਼ਨ ਦਾ OM ਅਤੇ X2 ਫੈਕਟਰ ਪ੍ਰੋਡਕਸ਼ਨ ਦਾ ON ਜੇ ਯੂਜ਼ ਕਰੇਗਾ ਤਾਂ ਜਿਹੜੀ ਉਹਦੀ ਆਊਟਪੁੱਟ ਆ ਉਹ ਮੈਕਸੀਮਮ ਹੋਏਗੀ ਅਤੇ ਉਹ ਇਕੁਇਲੀਬਰੀਅਮ ਦੇ ਵਿੱਚ ਹੋਏਗਾ। ਠੀਕ, ਇਸੇ ਨੈਕਸਟ ਡਾਇਗਰਾਮ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ। ਨੈਕਸਟ ਡਾਇਗਰਾਮ ਦੇ ਵਿੱਚ ਵੀ ਉਹੀ ਪੁਆਇੰਟ ਦੇ ਉੱਤੇ ਇਕੁਇਲੀਬਰੀਅਮ ਦੇ ਵਿੱਚ ਹੋਏਗਾ ਬਿਨਾਂ ਸ਼ੱਕ। ਹੁਣ ਦੇਖੋ ਬਜਟ ਲਾਈਨਸ ਤਾਂ ਇਹਦਾ ਮਤਲਬ ਉਹਦੇ ਕੋਲ P1 Q1 ਵੀ ਅਵੇਲੇਬਲ ਆ ਆਈਸੋ ਕੋਸਟ, P2 Q2 ਵੀ ਅਵੇਲੇਬਲ ਆ, P3 Q3 ਵੀ ਅਵੇਲੇਬਲ ਆ, ਪਰ ਉਹ ਜਿਹੜੇ ਦੋਨੋਂ ਪੁਆਇੰਟ ਹੈਗੇ ਆ M2 M3 NO2 N3 ਬਿਨਾਂ ਸ਼ੱਕ ਬਜਟ ਲਾਈਨਸ ਨੂੰ ਇੱਥੇ ਟੱਚ ਕਰਦੇ ਪਏ ਆ, ਤੁਹਾਡੇ ਆਈਸੋ ਕੋਸਟ ਕਰਦਾ ਪਿਆ ਤੁਹਾਡਾ ਟੱਚ, ਪਰ ਇੱਥੇ ਜਿਹੜੀ ਦੂਸਰੀ ਕੰਡੀਸ਼ਨ ਸੀਗੀ ਕਿ ਉਹ ਜਿਹੜੀ ਉਸ 'ਤੇ ਟੈਂਜੈਂਟ ਹੋਣੀ ਚਾਹੀਦੀ ਆ, ਉਹ ਕੰਡੀਸ਼ਨ ਸੈਟਿਸਫਾਈ ਨਹੀਂ ਹੁੰਦੀ, ਅਤੇ ਦੂਸਰਾ ਕਿ ਉਹ ਕਨਵੈਕਸ ਟੂ ਦੀ ਪੁਆਇੰਟ ਆਫ ਰੀਜਨ ਆ, ਉਹ ਵੀ ਸੈਟਿਸਫਾਈ ਨਹੀਂ ਹੁੰਦੀ। ਦੋ ਕੰਡੀਸ਼ਨਸ ਆ ਕਿ ਇੱਕ ਤਾਂ ਉਹ ਆਈਸੋ ਕੋਸਟ ਦੇ ਟੈਂਜੈਂਟ ਹੋਵੇ ਅਤੇ ਇੱਕ ਉਹ ਕਨਵੈਕਸ ਟੂ ਦੀ ਪੁਆਇੰਟ ਆਫ ਰੀਜਨ ਹੋਵੇ। ਇਸ ਲਈ ਪੁਆਇੰਟ ਆਫ ਇਕੁਇਲੀਬਰੀਅਮ ਇਹ ਹੋਏਗਾ ਜੇ ਤੁਸੀਂ 100 ਯੂਨਿਟਸ ਜਿਹੜੀਆਂ ਉਹ ਪ੍ਰੋਡਿਊਸ ਕਰੋਗੇ। ਇਸੇ ਤਰ੍ਹਾਂ ਇੱਕ ਐਕਸਪੈਂਸ਼ਨ ਪਾਥ ਹੁੰਦਾ ਹੈ। ਐਕਸਪੈਂਸ਼ਨ ਪਾਥ ਕੀ ਹੁੰਦਾ ਕਿ ਇੱਕ ਜਿਹੜਾ ਬਿਜ਼ਨਸਮੈਨ ਆ ਉਹ ਕਿਹੜਾ ਰਸਤਾ ਜਿਹੜਾ ਅਡੋਪਟ ਕਰਦਾ ਆ ਜਿਹਦੇ ਥਰੂ ਉਹਦੀ ਪ੍ਰੋਡਕਸ਼ਨ ਆ ਉਹ ਮੈਕਸੀਮਮ ਹੋ ਕੇ ਉਹਦਾ ਪ੍ਰੋਫਿਟ ਮੈਕਸੀਮਮ ਹੋ ਜਾਏ, ਐਂਡ ਉਹਦਾ ਜਿਹੜਾ ਪ੍ਰੋਫਿਟ ਆ ਉਹ ਮੈਕਸੀਮਮ ਹੋ ਕੇ ਜਿਹੜਾ ਉਹਦਾ ਬਿਜ਼ਨਸ ਦਾ ਮੇਨ ਓਬਜੈਕਟਿਵ ਆ ਉਹ ਅਚੀਵ ਹੋ ਜਾਏ। ਠੀਕ ਹੈ, ਇਸੀ ਫੈਕਟਰ ਰਿਲੇਸ਼ਨਸ਼ਿਪ ਇਸ ਦੇ ਨਾਲ ਕੰਪਲੀਟ ਹੁੰਦਾ ਹੈ। ਥੈਂਕ ਯੂ।